ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਕਿ ਕਿਸਾਨਾਂ ਦੇ ਮੁੱਦੇ ਦੇ ਉੱਤੇ ਲਗਾਤਾਰ ਸਿਆਸਤ ਹੋ ਰਹੀ ਹੈ, ਜਦਕਿ ਪੰਜਾਬ ਦੇ ਵਿੱਚ ਜਦੋਂ ਮੁੱਦਿਆਂ ਦੀ ਸਿਆਸਤ ਦੇ ਉੱਤੇ ਚਰਚਾ ਹੁੰਦੀ ਹੈ ਤਾਂ ਨਵਜੋਤ ਸਿੱਧੂ ਦਾ ਨਾਮ ਸਾਹਮਣੇ ਆਉਂਦਾ। ਸਿੱਧੂ ਸਾਹਿਬ ਦੇ ਟਵੀਟ ਤੇ ਉਧਰਲੇ ਪਾਸੋਂ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਦਾ ਜਾਣਾ ਤੇ ਚੰਨੀ ਸਾਹਿਬ ਦਾ ਆਉਣਾ, ਲੋਕ ਪੁੱਛਦੇ ਨੇ ਕਿ ਬਦਲਿਆ ਕੀ ਹੈ। ਅਖਬਾਰਾਂ ਦੀਆਂ ਸੁਰਖੀਆਂ ਇਸ ਗੱਲ ਦੀਆਂ ਗਵਾਹ ਨੇ ਕਿ ਇੱਕ ਪਾਸੇ ਤਾਂ ਨਰਮਾ ਪੱਟੀ ਦੇ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ, ਦੂਜੇ ਪਾਸੇ ਮਾਈਨਿੰਗ ਮਾਫੀਆ ਫਾਜ਼ਿਲਕਾ ਦੀ ਖਬਰ ਹੈ, ਉੱਥੇ ਐਮਐਲਏ ਦਵਿੰਦਰ ਘੁਬਾਇਆ ਵੀ ਪਹੁੰਚੇ। ਉਹਦੀ ਪੂਰੀ ਚੜ੍ਹਤ ਹੈ, ਇੱਕ ਵਿਅਕਤੀ ਨੂੰ ਟਰੈਕਟਰ ਦੇ ਥੱਲੇ ਦਰੜ ਕੇ ਮਾਰ ਦਿੱਤਾ ਗਿਆ। ਇਹਨਾਂ ਚਰਚਾਵਾਂ ਦੇ ਨਾਲ ਗੱਲ ਸਵਾਲ ਇਹ ਪੈਦਾ ਹੁੰਦਾ ਹੈ ਕਿ ਤੁਸੀਂ ਲਖੀਮਪੁਰ ਜਾਓ, ਤੁਸੀਂ ਭਾਰਤ ਵਿੱਚ ਕਿਤੇ ਵੀ ਜਾਓ, ਤੁਸੀਂ ਕਿਸਾਨਾਂ ਦੀ, ਲੋਕਾਂ ਦੀ ਸਾਰ ਲਓ, ਉਹਨਾਂ ਲਈ ਮੁਆਵਜ਼ਿਆਂ ਦਾ ਐਲਾਨ ਕਰੋ, ਪਰ ਪੰਜਾਬ ਦੀ ਸਥਿਤੀ ਤੋਂ ਤੁਸੀਂ ਪਾਸਾ ਕਿਉਂ ਵੱਟਦੇ ਹੋ? ਜਦੋਂ ਸਿੱਧੂ ਸਾਹਿਬ ਇੱਥੋਂ ਪਟਿਆਲਿਓਂ ਨਿਕਲੇ ਸੀ ਤਾਂ ਰਾਹ ਦੇ ਵਿੱਚ ਉਹਨਾਂ ਨੂੰ ਕਿਸਾਨਾਂ ਨੇ ਰੋਕਿਆ ਤੇ ਵਿਰੋਧ ਕੀਤਾ ਉਹਨਾਂ ਦਾ, ਤੇ ਉਸ ਵਿਰੋਧ ਦੇ ਵਿੱਚ ਵੀ ਇਹੀ ਸਵਾਲ ਪੈਦਾ ਹੋਏ ਕਿ ਕੀ ਨਵਜੋਤ ਸਿੰਘ ਸਿੱਧੂ ਆਪਣੀ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਹੁਣ ਹੱਥ ਪੈਰ ਮਾਰ ਰਹੇ ਨੇ? ਉੱਥੇ ਜਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਆਵਜ਼ੇ ਦਾ ਐਲਾਨ ਕਰ ਚੁੱਕੇ ਨੇ। ਨਵਜੋਤ ਸਿੱਧੂ ਦਾ ਇਸ ਤਰ੍ਹਾਂ ਜਾ ਕੇ ਸ਼ਕਤੀ ਪ੍ਰਦਰਸ਼ਨ ਕਰਨਾ, ਇਸ ਦੇ ਸਿਆਸੀ ਮਾਇਨੇ ਕੀ ਨੇ? ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮਾਫੀਆ ਰਾਜ ਕਿਸ ਤਰੀਕੇ ਨਾਲ ਚੱਲ ਰਿਹਾ? ਭਾਵੇਂ ਰਾਜਾ ਵੜਿੰਗ ਜਿਹੜੇ ਨੇ ਉਹ ਬੱਸਾਂ ਦੇ ਉੱਤੇ ਕਾਰਵਾਈ ਕਰ ਰਹੇ ਨੇ, ਜਿਹੜੀਆਂ ਨਜਾਇਜ਼ ਬੱਸਾਂ ਨੇ, ਪਰ ਮਾੜੀ ਮੋਟੀ ਕਾਰਵਾਈ ਦੇ ਨਾਲ ਕੀ ਇਸ ਗੱਲ ਦੇ ਅੰਕੜੇ ਨਹੀਂ ਦੇਣੇ ਚਾਹੀਦੇ ਕਿ ਇੱਕ ਦਿਨ ਦੇ ਵਿੱਚ ਟਰਾਂਸਪੋਰਟ ਨੂੰ, ਜਿਹੜੀ ਸਰਕਾਰੀ ਟਰਾਂਸਪੋਰਟ ਹੈ, ਉਹਨੂੰ ਕਿੰਨਾ ਫਾਇਦਾ ਹੋਇਆ ਤੇ ਕਿੰਨਾ ਨੁਕਸਾਨ ਹੋ ਰਿਹਾ ਹੈ ਤੇ ਕਿਹਦੇ ਕਿਹਦੇ ਕਰਕੇ ਹੋ ਰਿਹਾ? ਪਿਛਲੇ ਮੰਤਰੀਆਂ ਦਾ ਉਹਦੇ ਵਿੱਚ ਕੀ ਰੋਲ ਹੈ? ਜਦੋਂ ਦਵਿੰਦਰ ਘੁਬਾਇਆ ਜਾ ਕੇ ਮਾਫੀਏ ਦੇ ਨਾਲ ਦਰੜੇ ਨੌਜਵਾਨ ਦੇ ਪਰਿਵਾਰ ਨੂੰ ਮਿਲਦੇ ਨੇ ਤਾਂ ਉੱਥੇ ਇਸ ਗੱਲ ਦਾ ਜਵਾਬ ਵੀ ਦੇਣਾ ਬਣਦਾ ਕਿ ਇੱਕ ਐਮਐਲਏ ਦੀ ਛਤਰ ਛਾਇਆ ਹੇਠ ਉਹਦੇ ਹਲਕੇ ਦੇ ਵਿੱਚ ਮਾਫੀਆ ਕਿਵੇਂ ਚੱਲ ਰਿਹਾ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਡਾਕਟਰ ਸਾਹਿਬ। ਇੱਕ ਤਸਵੀਰ ਦੇ ਵਿੱਚ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿੱਟ ਤਾਂ ਨਜ਼ਰ ਆਏ ਕਿ ਲਖੀਮਪੁਰ ਜਾਣ ਤੋਂ ਪਹਿਲਾਂ ਜਿਹੜੇ ਇੱਥੋਂ ਝੰਡਾ, ਕਿਸਾਨੀ ਝੰਡਾ ਦਿਖਾ ਕੇ ਰਵਾਨਾ ਕੀਤਾ ਗਿਆ, ਪਰ ਗੱਲ ਇਹ ਆ ਕਿ ਹੁਣ ਮੁੱਦਿਆਂ ਦੀ ਸਿਆਸਤ ਪੰਜਾਬ ਦੇ ਵਿੱਚ ਕਿੱਥੇ ਆ? ਕੀ ਕਿਸੇ ਗੱਲ ਦੇ ਉੱਤੇ ਸਮਝੌਤਾ ਹੋ ਗਿਆ ਕਿ ਏਜੀ ਤੇ ਡੀਜੀਪੀ ਨੂੰ ਲੈ ਕੇ? ਕੀ ਪੰਜਾਬ ਦੇ ਵਿੱਚ ਹੁਣ ਮੁੱਦਿਆਂ ਦੀ ਸਿਆਸਤ ਉਸ ਪੱਧਰ ਤੇ ਨਹੀਂ ਉੱਭਰੇਗੀ ਜਿਸ ਤੇ ਉੱਭਰਨੀ ਚਾਹੀਦੀ ਹੈ, ਜਾਂ ਫਿਰ ਸਿਰਫ ਤੇ ਸਿਰਫ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਤੱਕ ਹੀ ਸੀਮਤ ਰਹੇਗੀ? ਸੁਖਵਿੰਦਰ ਜੀ, ਚਾਹੇ ਕੱਲ ਜਿਵੇਂ ਤੁਸੀਂ ਦੱਸਿਆ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਚੰਨੀ ਸਾਹਿਬ ਇਕੱਠੇ ਦਿਖਾਈ ਦਿੱਤੇ ਨੇ, ਲਖੀਮਪੁਰ ਉਹਨਾਂ ਨੇ ਜਾਣਾ ਸੀਗਾ, ਔਰ ਇਸ ਤੋਂ ਪਹਿਲਾਂ ਵੀ ਚੰਨੀ ਸਾਹਿਬ ਜਿਹੜੇ ਨੇ ਉਹ ਰਾਹੁਲ ਗਾਂਧੀ ਔਰ ਪ੍ਰਿਯੰਕਾ ਜੀ ਦੇ ਨਾਲ ਮਿਲ ਕੇ ਇੱਕ ਗੇੜਾ ਲਾ ਕੇ ਆਏ ਨੇ, ਔਰ ਜਿਵੇਂ ਤੁਸੀਂ ਵੀ ਕਿਹਾ ਕਿ ਉਹਨਾਂ ਨੇ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ ਹੈ। ਪਰ ਇਸ ਤੋਂ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਇਹੀ ਹੈ ਕਿ 22 ਦੀਆਂ ਚੋਣਾਂ ਦੇ ਵਿੱਚ ਮੁੱਦੇ ਕਿੱਥੇ ਗਏ, ਪੰਜਾਬ ਕਿੱਥੇ ਗਿਆ? ਯਾਨੀ ਕਿ ਪੰਜਾਬ ਦੇ ਲਈ ਜਿਹੜੇ ਇਹੀ ਲੋਕ ਜਿਹੜੇ ਨੇ, ਖਾਸ ਤੌਰ ਤੇ ਚੰਨੀ ਸਾਹਿਬ ਜਾਂ ਨਵਜੋਤ ਸਿੰਘ ਸਿੱਧੂ ਕਿਸੇ ਵੇਲੇ ਕਿਹਾ ਕਰਦੇ ਸੀਗੇ ਕਿ ਅਸੀਂ ਮੁੱਦਿਆਂ ਦੀ ਲੜਾਈ ਲੜਨਾ ਚਾਹੁੰਦੇ ਹਾਂ, ਔਰ 18 ਨੁਕਾਤੀ ਪ੍ਰੋਗਰਾਮ ਦੀ ਵੀ ਗੱਲ ਹੋਈ, ਉਸ ਤੋਂ ਬਾਅਦ 5 ਨੁਕਾਤੀ ਪ੍ਰੋਗਰਾਮ ਦੀ ਗੱਲ ਹੋਈ। ਯਾਨੀ ਕਿ ਅੱਜ ਨਾ 18 ਨੁਕਾਤੀ ਮੁੱਦੇ ਦਿਖਾਈ ਦੇ ਰਹੇ ਨੇ, ਨਾ ਉਹ 5 ਨੁਕਾਤੀ ਪ੍ਰੋਗਰਾਮ ਦਿਖਾਈ ਦੇ ਰਿਹਾ। ਸਵਾਲ ਇਹੀ ਪੈਦਾ ਹੁੰਦਾ ਹੈ ਕਿ ਕਿਉਂਕਿ ਹੁਣ ਸਮਾਂ ਬਹੁਤ ਘੱਟ ਹੈ, ਲਗਭਗ 3 ਮਹੀਨੇ ਤੁਹਾਡੇ ਕੋਲ ਨੇ, ਇਸ ਕਰਕੇ ਤੁਸੀਂ 3 ਮਹੀਨਿਆਂ ਦੇ ਤੋਂ ਥੋੜਾ ਸਮਾਂ ਰਹਿ ਗਿਆ, ਔਰ ਉਹਦੇ ਵਿੱਚ ਤੁਸੀਂ ਜਿਹੜੇ ਕਹਿੰਦੇ ਸੀ ਕਿ ਬਹੁਤ ਕੁਝ ਕਰਕੇ ਦਿਖਾਵਾਂਗੇ, ਅੱਜ ਉਹ ਕਿੱਥੇ ਨੇ? ਸੋ ਇਸ ਕਰਕੇ ਬਹੁਤ ਵੱਡੇ ਸਵਾਲ ਪੰਜਾਬ ਦੀ ਕਾਂਗਰਸ ਦੇ ਖਾਸ ਤੌਰ ਤੇ ਸਰਕਾਰ ਦੇ ਉੱਤੇ ਉੱਠ ਰਹੇ ਨੇ। ਔਰ ਜੇਕਰ ਇਹ ਸਰਕਾਰ, ਕਾਂਗਰਸ ਦੀ ਸਰਕਾਰ ਜਿਹੜੀ ਬਦਲੀ ਹੈ, ਜਿਹੜੀ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਕਿ ਇਹ ਜਿਹੜੀ ਨਵੀਂ ਵਜ਼ਾਰਤ ਹੈ ਉਹਦੇ ਵਿੱਚ ਅਸੀਂ ਬਹੁਤ ਕੁਝ ਕਰਕੇ ਦੇਵਾਂਗੇ, ਸੋ ਇਸ ਕਰਕੇ ਉਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ। ਉਹਦੇ ਵਿੱਚ ਨਾ ਤਾਂ ਕਿਸਾਨੀ ਦਾ ਮੁੱਦਾ ਨਜ਼ਰ ਆ ਰਿਹਾ, ਨਾ ਨੌਜਵਾਨੀ ਦਾ ਮੁੱਦਾ ਨਜ਼ਰ ਆ ਰਿਹਾ, ਨਾ ਇੱਥੇ ਦੇ ਜਿਹੜੇ ਵੱਡੇ, ਜਿਵੇਂ ਤੁਸੀਂ ਮਾਫੀਆ ਦੀ ਗੱਲ ਕੀਤੀ ਹੈ, ਹਰ ਕਿਸਮ ਦਾ ਮਾਫੀਆ ਜਿਹੜਾ ਹੈਗਾ, ਹਰ ਕਿਸਮ ਦਾ ਮਾਫੀਆ ਜਿਹੜਾ ਹੈਗਾ ਉਹ ਸਾਨੂੰ ਇੱਥੇ ਉਸੇ ਤਰ੍ਹਾਂ ਹੀ ਨਜ਼ਰ ਆ ਰਿਹਾ ਜਿਵੇਂ ਕਿਸੇ ਵੇਲੇ ਕੈਪਟਨ ਸਰਕਾਰ ਦੇ ਵੇਲੇ ਚੱਲਦਾ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਚਾਹੇ ਉਹ ਸੈਂਡ ਮਾਫੀਆ ਹੈ, ਲੈਂਡ ਮਾਫੀਆ ਹੈ, ਕੇਬਲ ਮਾਫੀਆ ਹੈ,
ਇੱਥੋਂ ਤੱਕ ਕਿ ਟਰਾਂਸਪੋਰਟ ਮਾਫੀਆ ਵੀ ਤੁਸੀਂ ਜਿਹੜੀ ਗੱਲ ਕੀਤੀ ਹੈ, ਉਹ ਵੀ ਇੱਕ ਖਾਸ ਜਿਹੜੀ ਪਾਰਟੀ ਹੈ, ਪੋਲੀਟੀਕਲ ਪਾਰਟੀ, ਉਸ ਦੀਆਂ ਬੱਸਾਂ ਦੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਖਾਸ ਕਿਸਮ ਦਾ ਜਿਹੜਾ ਹੈਗਾ ਇੱਕ ਬਦਲੇ ਦੀ ਰਾਜਨੀਤੀ ਉਹਦੇ ਵਿੱਚ ਦਿਖਾਈ ਦੇ ਰਹੀ ਹੈ। ਪਰ ਇਹਦੇ ਵਿੱਚ ਜੇ ਦੇਖਿਆ ਜਾਵੇ ਕਿ ਜਦੋਂ ਅਸੀਂ ਟਰਾਂਸਪੋਰਟ ਮਾਫੀਆ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਮਾਫੀਆ ਸ਼ਾਮਲ ਹੈ। ਉਹਦੇ ਵਿੱਚ ਅਕਾਲੀ ਦਲ ਦਾ ਮਾਫੀਆ ਵੀ ਸ਼ਾਮਲ ਹੈ, ਉਹਦੇ ਵਿੱਚ ਕਾਂਗਰਸ ਦਾ ਮਾਫੀਆ ਵੀ ਸ਼ਾਮਲ ਹੈ। ਜਿਹੜੀ ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਗੱਲ ਕਰਿਆ ਕਰਦੇ ਸੀਗੇ ਕਿ 25-75 ਦੀ ਗੇਮ ਹੈ, ਯਾਨੀ ਕਿ ਦੋਨਾਂ ਦੀ ਜਿਹੜੀ ਹੈਗੀ ਆਪਸ ਦੇ ਵਿੱਚ ਮਿਲੇ ਹੋਏ ਨੇ। ਸੋ ਉਹ ਟੁੱਟਦੀ ਨਜ਼ਰ ਨਹੀਂ ਆ ਰਹੀ। ਉਹ ਜਿਹੜਾ ਸਬੰਧ ਹੈ ਉਹ ਦੋਵਾਂ ਦਾ, ਉਹ ਟੁੱਟਦਾ ਇਸ ਵੇਲੇ ਨਜ਼ਰ ਨਹੀਂ ਆ ਰਿਹਾ। ਸਗੋਂ ਲਗਾਤਾਰ ਉਹੀ ਚੀਜ਼ਾਂ ਜਿਹੜੀਆਂ ਪਹਿਲੇ ਸੀਗੀਆਂ ਉਹੀ ਚੀਜ਼ਾਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਸੋ ਆਪਾਂ ਕਹਿ ਸਕਦੇ ਹਾਂ ਕਿ ਨਵੀਂ ਸਰਕਾਰ ਜਿਹੜੀ ਚੰਨੀ ਸਾਹਿਬ ਦੀ ਬਣਾਈ ਗਈ ਹੈ, ਇਹ ਕਾਫੀ ਹੱਦ ਤੱਕ ਕੋਈ ਬਹੁਤਾ ਇਹਨੂੰ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ। ਔਰ ਉਸੇ ਤਰ੍ਹਾਂ ਦਾ ਜਿਹੜਾ ਹੈਗਾ ਸਾਰਾ ਸਿਸਟਮ ਚੱਲ ਰਿਹਾ ਹੈ, ਉਸੇ ਤਰ੍ਹਾਂ ਦਾ ਮਾਫੀਆ ਚੱਲ ਰਿਹਾ ਹੈ, ਉਸੇ ਕਿਸਮ ਦੀ ਜਿਹੜੀ ਸਾਰੀ ਜਿਹੜੀ ਹੈਗੀ ਹੈ ਲੈਣ ਦੇਣ ਚੱਲ ਰਹੀ ਹੈ। ਸੋ ਇਹਨੂੰ ਮੈਨੂੰ ਲੱਗਦਾ ਹੈ ਕਿ ਚੰਨੀ ਸਾਹਿਬ ਕੋਲੇ ਹੁਣ ਸੁਨਹਿਰੀ ਸਮਾਂ ਸੀਗਾ ਔਰ ਨਵਜੋਤ ਸਿੰਘ ਸਿੱਧੂ ਹੋਰਾਂ ਕੋਲ ਵੀ ਬਹੁਤ ਅੱਛਾ ਸਮਾਂ ਸੀਗਾ ਕਿ ਉਹ ਇਹਨਾਂ ਚੀਜ਼ਾਂ ਨੂੰ ਬਦਲ ਸਕਦੇ ਸੀਗੇ, ਜਿਨ੍ਹਾਂ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਜਾਣਿਆ ਜਾਂਦਾ ਸੀਗਾ ਕਿ ਉਹ ਮੁੱਦਿਆਂ ਦੀ ਰਾਜਨੀਤੀ ਕਰਦੇ ਆ। ਪਰ ਇੱਥੇ ਕਿਤੇ ਸਾਨੂੰ ਇਹੀ ਨਜ਼ਰ ਆ ਰਿਹਾ ਕਿ ਮੁੱਦਿਆਂ ਦੀ ਰਾਜਨੀਤੀ ਤੋਂ ਹਟ ਕੇ ਉਹ ਸਿਰਫ ਤੇ ਸਿਰਫ ਰਾਜਨੀਤੀ ਦੀ ਗੱਲ ਕਰ ਰਹੇ ਹੈ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਬਹੁਤ ਥੋੜਾ ਸਮਾਂ ਹੈ। ਜੇਕਰ ਉਹ ਹਜੇ ਵੀ ਨਹੀਂ ਸੰਭਲਣਗੇ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਕਾਫੀ ਉਹ ਐਕਸਪੋਜ਼ ਹੋ ਸਕਦੇ ਆ ਰਾਜਨੀਤੀ ਦੇ ਵਿੱਚ। ਸੁਖਵਿੰਦਰ ਜੀ। ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਜਿਵੇਂ ਮੈਂ ਕਹਿ ਰਿਹਾ ਸੀ ਕਿ ਕਿਸਾਨਾਂ ਦੀ ਸਾਰ ਇੱਥੋਂ ਵਾਲਿਆਂ ਦੀ ਲਈ ਨਹੀਂ, ਖੁਦਕੁਸ਼ੀਆਂ ਜਿਹੜੇ ਕਿਸਾਨ ਕਰ ਰਹੇ ਨੇ ਗੁਲਾਬੀ ਸੁੰਡੀ ਦੇ ਕਹਿਰ ਕਰਕੇ, ਸਰਕਾਰ ਹਲੇ ਵੀ ਕਹਿ ਰਹੀ ਹੈ ਕਿ ਜਲਦ ਤੋਂ ਜਲਦ ਗਿਰਦਾਵਰੀ ਕਰਾ ਕੇ ਅਸੀਂ ਇਹਦੀ ਸਾਰੀ ਜਾਂਚ ਕਰਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਵਾਂਗੇ। ਪਰ ਉਹ ਭਰੋਸਾ ਜਿਹੜਾ ਇੱਕ ਕਿਸਾਨਾਂ ਦੇ ਵਿੱਚ ਵੱਜਣਾ ਚਾਹੀਦਾ, ਜਿਵੇਂ ਚੰਨੀ ਸਾਹਿਬ ਜਾ ਕੇ ਉੱਥੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਬੈਠੇ, ਉਹਨਾਂ ਨੂੰ ਮਿਲੇ, ਉਹਨਾਂ ਦੇ ਪਰਿਵਾਰਾਂ ਵਿੱਚ ਗਏ, ਥੋੜਾ ਬਹੁਤਾ ਭਰੋਸਾ ਉਹਨਾਂ ਕੁ ਵੱਜਿਆ। ਪਰ ਉਸ ਤਸਵੀਰ ਤੋਂ ਬਾਅਦ ਕੋਈ ਇਹੋ ਜੀ ਮਤਲਬ ਹਮਦਰਦੀ ਨਜ਼ਰ ਨਹੀਂ ਆਈ ਜਿਵੇਂ ਇਹਨਾਂ ਨੇ ਲਖੀਮਪੁਰ ਦੇ ਵਿੱਚ ਦਿਖਾਈ ਆ। ਏਦਾਂ ਨਵਜੋਤ ਸਿੰਘ ਸਿੱਧੂ ਹੋਰੀ ਜਾਂ ਜਿੰਨੇ ਵੀ ਕਾਂਗਰਸ ਦੇ ਮਿਨਿਸਟਰ ਨੇ ਜਾਂ ਐਮਐਲਏਜ਼ ਨੇ, ਵਰਕਰ ਨੇ, ਉਹ ਜਾ ਕੇ ਲੋਕਾਂ ਦੇ ਵਿੱਚ ਜੇ ਭਰੋਸਾ ਬਣਾਉਣ, ਲੋਕਾਂ ਨੂੰ ਇੰਨਾ ਕੁ ਭਰੋਸਾ ਦੇ ਦੇਣ ਕਿ ਉਹਨਾਂ ਨੂੰ ਮੁਆਵਜ਼ਾ ਮਿਲੇਗਾ, ਉਹ ਘੱਟੋ ਘੱਟ ਖੁਦਕੁਸ਼ੀ ਤਾਂ ਨਹੀਂ ਕਰਨਗੇ। ਬਿਲਕੁਲ, ਦੇਖੋ ਕੱਲੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਕੱਲੇ ਮੁਆਵਜ਼ੇ ਦੀ ਗੱਲ ਨਹੀਂ ਹੈ। ਇਸ ਵੇਲੇ ਮਾਲਵਾ ਆਪਾਂ ਨੂੰ ਪਤਾ ਹੈ ਕਿ ਬਹੁਤ ਵੱਡੇ ਸੰਕਟ ਦੇ ਵਿੱਚ ਫਸਿਆ ਹੋਇਆ ਹੈ। ਚਾਹੇ ਤੁਸੀਂ ਇਸ ਵਾਰੀ ਦਾ ਝੋਨਾ ਦੇਖ ਲਓ ਔਰ ਇਸ ਤੋਂ ਪਹਿਲਾਂ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਖੁਦਕੁਸ਼ੀਆਂ ਹੁੰਦੀਆਂ ਨੇ ਉਹ ਵੀ ਮਾਲਵੇ ਦੇ ਵਿੱਚ ਹੁੰਦੀਆਂ ਰਹੀਆਂ ਨੇ, ਹੁਣ ਵੀ ਹੋ ਰਹੀਆਂ ਨੇ। ਹੁਣ ਤੁਸੀਂ ਚਾਹੇ ਤੁਸੀਂ ਗੱਲ ਕੀਤੀ ਆ ਪਹਿਲਾਂ ਕਿ ਜਿਹੜੀ ਵਾਈਟ ਬੈਲਟ ਹੈ, ਜਿਹਨੂੰ ਅਸੀਂ ਕਪਾਹ ਔਰ ਨਰਮੇ ਦੀ ਬੈਲਟ ਮੰਨਦੇ ਹਾਂ, ਖਾਸ ਤੌਰ ਤੇ ਮਾਨਸਾ ਏਰੀਆ, ਬਠਿੰਡਾ ਏਰੀਆ ਔਰ ਸੰਗਰੂਰ ਦਾ ਕਾਫੀ ਹਿੱਸਾ ਜਿਹੜਾ ਜ਼ਿਲ੍ਹੇ ਦਾ ਸ਼ਾਮਲ ਹੈ ਉਸ ਦੇ ਵਿੱਚ, ਤਾਂ ਇਸ ਇਲਾਕੇ ਦੇ ਵਿੱਚ ਅੱਜ ਵੀ ਤੁਸੀਂ ਦੇਖੋਗੇ ਕਿ ਐਵਰੇਜ ਜਿਹੜੀਆਂ ਖੁਦਕੁਸ਼ੀਆਂ ਨੇ ਕਿਸਾਨਾਂ ਦੀਆਂ ਉਹ ਬਾਕੀ ਪੰਜਾਬ ਨਾਲੋਂ ਕਿਤੇ ਜ਼ਿਆਦਾ ਨੇ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਵੱਡਾ ਇਹੀ ਹੈ ਕਿਉਂਕਿ ਇਹ ਕਿਸਾਨ ਜਿਹੜਾ ਹੈਗਾ ਬਹੁਤ ਵੱਡੇ ਕਰਜ਼ੇ ਦੇ ਵਿੱਚ ਫਸਿਆ ਹੋਇਆ ਹੈ, ਬਹੁਤ ਗਰੀਬੀ ਦੇ ਵਿੱਚ ਫਸਿਆ ਹੋਇਆ ਹੈ, ਜਿਹਦੇ ਕਰਕੇ ਉਹਨੂੰ ਲੱਗਦਾ ਹੈ ਕਿ ਜਦੋਂ ਅਸੀਂ ਗੁਲਾਬੀ ਸੁੰਡੀ ਦੀ ਗੱਲ ਕਰਦੇ ਹਾਂ ਇਸ ਵਾਰੀ, ਤਾਂ ਉਹਨੂੰ ਇਹੀ ਲੱਗਿਆ ਹੈ ਕਿ ਇਸ ਕਰਕੇ ਮੇਰੀ ਸਾਰੀ ਜਿਹੜੀ ਹੈਗੀ ਹੈ ਜ਼ਮੀਨ ਜਾਇਦਾਦ ਜਿਹੜੀ ਹੈਗੀ ਹੈ ਚਲੀ ਜਾਏਗੀ। ਔਰ ਉਹਨੇ ਕਰਜ਼ਾ ਚੱਕ ਕੇ ਯਾਨੀ ਕਿ ਠੇਕਿਆਂ ਤੇ ਲੈ ਕੇ ਜ਼ਮੀਨਾਂ ਜਿਹੜੀਆਂ ਨੇ ਉਹ ਖੇਤੀਬਾੜੀ ਕਰ ਰਹੇ ਆ। ਪਰ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਾਰਾ ਕੁਝ ਤਬਾਹ ਹੋ ਗਿਆ ਤਾਂ ਉਹ ਖੁਦਕੁਸ਼ੀਆਂ ਇਸ ਵੇਲੇ ਕਰ ਰਹੇ ਨੇ। ਔਰ ਦੂਜੀ ਵੱਡੀ ਗੱਲ ਮੈਨੂੰ ਇਹ ਲੱਗਦਾ ਹੈ ਕਿ ਮੰਨ ਲਓ ਇਹ ਤਾਂ ਜਿਹੜੀ ਹੈਗੀ ਹੈ ਇਹ ਉਹਨਾਂ ਦਾ ਹੱਲ ਨਹੀਂ ਹੋਏਗਾ, ਤਾਂ ਅਗਲਾ ਹੱਲ ਜਿਹੜਾ ਹੈਗਾ ਸਰਕਾਰ ਨੇ ਕਿਸੇ ਵੇਲੇ ਕਿਹਾ ਸੀਗਾ, ਤੁਹਾਨੂੰ ਯਾਦ ਹੋਏਗਾ, ਕਿ ਅਸੀਂ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮਾਫ ਕਰਾਂਗੇ। ਕੈਪਟਨ ਸਾਹਿਬ ਦੀਆਂ ਗੱਲਾਂ ਯਾਦ ਕਰੀਏ। ਔਰ ਕਿਉਂਕਿ ਕਾਂਗਰਸ ਸਰਕਾਰ ਹੈ ਇਸ ਵੇਲੇ, ਕਿਉਂਕਿ ਕਾਂਗਰਸ ਸਰਕਾਰ ਨੂੰ ਇਹ ਸਾਰੀਆਂ ਚੀਜ਼ਾਂ ਭੁੱਲਣੀਆਂ ਨਹੀਂ ਚਾਹੀਦੀਆਂ। ਉਹਨਾਂ ਨੇ ਇਹੀ ਕਿਹਾ ਸੀਗਾ ਕਿ ਲਗਭਗ 1 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਔਰ ਤੁਸੀਂ ਦੇਖੋਗੇ ਕਿਸਾਨਾਂ ਦੇ ਉੱਤੇ, ਪਰ ਮੋੜਿਆ ਕਿੰਨਾ ਗਿਆ? ਸਿਰਫ 50,000 ਕਰੋੜ ਜਿਹੜਾ ਹੈਗਾ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਕਰਜ਼ੇ ਦੀ ਗੱਲ ਉਹਨਾਂ ਨੇ ਵਾਪਸੀ ਦੀ ਕੀਤੀ ਸੀਗੀ ਸਰਕਾਰ ਨੇ, ਉਹੀ ਸਰਕਾਰ ਦੀ ਜ਼ਿੰਮੇਵਾਰੀ ਇਸ ਵੇਲੇ ਚੰਨੀ ਸਾਹਿਬ ਦੀ ਬਣਦੀ ਹੈ ਕਿ ਕਿਸਾਨਾਂ ਦਾ ਜਿਹੜਾ ਕਰਜ਼ਾ ਜਿਹੜਾ ਹੈਗਾ, ਜਿੰਨਾ ਵੀ, ਚਾਹੇ ਉਹ ਆੜਤੀਆਂ ਦਾ ਕਰਜ਼ਾ ਹੋਵੇ, ਚਾਹੇ ਉਹ ਬੈਂਕਾਂ ਦਾ, ਕੋਆਪਰੇਟਿਵ ਬੈਂਕਾਂ ਦਾ, ਚਾਹੇ ਸਰਕਾਰੀ ਬੈਂਕਾਂ ਦਾ, ਉਹ ਸਾਰਾ ਕਰਜ਼ੇ ਦੇ ਉੱਤੇ ਜਿਹੜੀ ਹੈਗੀ ਲੀਕ ਫੇਰਨ ਦੀ ਲੋੜ ਹੈ। ਸੋ ਕਿਤੇ ਦਾ ਇਹਦੇ ਉੱਤੇ ਕੰਮ ਹੋਣਾ ਚਾਹੀਦਾ ਸੀਗਾ। ਸੋ ਹੋ ਕੀ ਰਿਹਾ? ਹੋ ਇਹੀ ਰਿਹਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਖੀਮਪੁਰ ਦੇ ਵਿੱਚ ਜਾ ਕੇ
ਜੇ ਤੁਸੀਂ 50-50 ਲੱਖ ਰੁਪਇਆ ਉਹਨਾਂ ਕਿਸਾਨਾਂ ਨੂੰ ਦੇ ਸਕਦੇ ਹੋ ਤਾਂ ਜਿਹੜਾ ਸਾਡਾ ਆਪਣੇ ਪੰਜਾਬ ਦਾ ਕਿਸਾਨ ਹੈ, ਜਿਹੜਾ ਖਾਸ ਤੌਰ ਤੇ ਖੁਦਕੁਸ਼ੀਆਂ ਕਰ ਰਿਹਾ, ਤੁਹਾਡੀਆਂ ਆਪਣੀਆਂ ਨੀਤੀਆਂ ਕਰਕੇ ਖੁਦਕੁਸ਼ੀਆਂ ਕਰ ਰਿਹਾ, ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹਨਾਂ ਦੇ ਕਰਕੇ ਖੁਦਕੁਸ਼ੀਆਂ ਕਰ ਰਿਹਾ, ਉਹਨਾਂ ਨੂੰ ਤੁਸੀਂ 5 ਰੁਪਏ ਨਹੀਂ ਦੇ ਰਹੇ। ਸੋ ਕਹਿਣ ਦਾ ਮਤਲਬ ਹੈ ਕਿ ਉਹਨਾਂ ਦੀ ਵੀ ਸਾਰ ਲਈ ਜਾਵੇ। ਜੋ ਵਾਅਦੇ ਪੰਜਾਬ ਦੇ ਕਿਸਾਨਾਂ ਨਾਲ ਸਰਕਾਰ ਨੇ ਕੀਤੇ ਸੀਗੇ, ਚਾਹੇ ਉਹ ਕੈਪਟਨ ਸਾਹਿਬ ਨੇ ਕੀਤੇ ਹੋਣ, ਚਾਹੇ ਚੰਨੀ ਸਾਹਿਬ ਨੇ ਕੀਤੇ ਹੋਣ, ਉਹ ਵਾਅਦੇ ਜਿਹੜੇ ਨੇ ਪੂਰੇ ਹੋਣੇ ਚਾਹੀਦੇ ਨੇ, ਕਿਉਂਕਿ ਸਾਡਾ ਕਿਸਾਨ ਜਿਹੜਾ ਹੈਗਾ ਉਹ ਵੀ ਉਨਾ ਹੀ ਦੁਖੀ ਹੈ ਜਿੰਨਾ ਬਾਕੀ ਸਟੇਟਾਂ ਦਾ ਕਿਸਾਨ। ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਹਜੇ ਸਮਾਂ ਕਿਉਂਕਿ ਬਹੁਤ ਥੋੜਾ ਰਹਿ ਗਿਆ, ਹੁਣ ਲਗਭਗ 3 ਮਹੀਨਿਆਂ ਤੋਂ ਵੀ ਥੋੜਾ ਸਮਾਂ ਹੈ ਜਿਹਦੇ ਵਿੱਚ ਚੰਨੀ ਸਰਕਾਰ ਆਪਣੇ ਕਾਰਜ ਕਰ ਸਕਦੀ ਹੈ। ਸੋ ਉਸ ਸਮੇਂ ਦੇ ਵਿੱਚ ਉਹਦਾ ਸਦਉਪਯੋਗ ਕਰਨਾ ਚਾਹੀਦਾ ਹੈ। ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਔਰ ਚੰਨੀ ਸਾਹਿਬ ਦੀ ਜਿਹੜੀ ਸਾਰੀ ਵਜ਼ਾਰਤ ਹੈ ਉਹਨੂੰ ਵੀ ਸਾਥ ਦੇਣਾ ਚਾਹੀਦਾ ਹੈ। ਔਰ ਕਿਸਾਨਾਂ ਦੇ ਮਸਲੇ, ਖਾਸ ਤੌਰ ਤੇ ਜਿਹੜਾ ਮਾਲਵੇ ਦਾ ਕਿਸਾਨ ਹੈ, ਜਿਹੜਾ ਇਸ ਵੇਲੇ ਵੱਡੇ ਸੰਕਟ ਦੇ ਵਿੱਚ ਹੈ, ਵੱਡੀ ਬਿਮਾਰੀ ਉਹਨੂੰ ਜਿਹੜੀ ਹੈਗੀ ਗੁਲਾਬੀ ਸੁੰਡੀ ਦੀ, ਉਹਦੀ ਫਸਲ ਨੂੰ, ਉਹਦੀ ਕਪਾਹ ਨੂੰ, ਉਹਦੇ ਨਰਮੇ ਨੂੰ ਪੈ ਚੁੱਕੀ ਹੈ। ਸੋ ਉਸ ਬਿਮਾਰੀ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਉਹਨੂੰ ਇਸ ਵੇਲੇ ਸਰਕਾਰ ਦੀ ਹਮਦਰਦੀ ਦੀ ਲੋੜ ਹੈ, ਸਰਕਾਰ ਦੀ ਮਦਦ ਦੀ ਲੋੜ ਹੈ। ਕੱਲਾ ਸਿਰਫ ਚੰਨੀ ਸਾਹਿਬ ਦੇ ਜਾਣ ਨਾਲ ਜਾਂ ਉੱਥੇ ਰੋਟੀ ਖਾਣ ਲੈਣ ਨਾਲ, ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਜੱਫੀ ਪਾ ਲੈਣ ਨਾਲ ਇਹਦੇ ਨਾਲ ਮਸਲਾ ਇਕੱਲੇ ਨਾਲ ਹੱਲ ਨਹੀਂ ਹੋਏਗਾ। ਉਹਨਾਂ ਨੂੰ ਆਰਥਿਕ ਮਦਦ ਚਾਹੀਦੀ ਹੈ, ਉਹਨਾਂ ਨੂੰ ਮਾਨਸਿਕ ਮਦਦ ਚਾਹੀਦੀ ਹੈ, ਉਹਨਾਂ ਨੂੰ ਸਰਕਾਰੀ ਮਦਦ ਚਾਹੀਦੀ ਹੈ, ਯਾਨੀ ਕਿ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੀ ਲੋੜ ਹੈ ਕਿਸਾਨਾਂ ਨੂੰ। ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਕੱਲੇ ਯੂਪੀ ਦੇ ਕਿਸਾਨਾਂ ਦੇ ਨਾਲ ਹਮਦਰਦੀ ਕਰਨ ਨਾਲ ਕੋਈ ਬਹੁਤਾ ਗੱਲ ਨਹੀਂ ਬਣੇਗੀ। ਪੰਜਾਬ ਦੇ ਲੋਕ ਇਸ ਵੇਲੇ ਕੀ ਚਾਹੁੰਦੇ ਨੇ ਉਹਨਾਂ ਨੂੰ ਵੀ ਸੁਣਿਆ ਜਾਏ। ਸੁਖਵਿੰਦਰ ਜੀ ਡਾਕਟਰ ਸਾਹਿਬ, ਲੱਗਦਾ ਨਹੀਂ ਕਿ ਇਹ ਇੱਕ ਵਫਾਦਾਰੀ ਦੀ ਸਿਆਸਤ ਜਿਹੜੀ ਹੈ ਉਸ ਪਾਸੇ ਵੱਲ ਨੂੰ ਜਾਇਆ ਜਾ ਰਿਹਾ? ਦਿੱਲੀ ਹਾਈ ਕਮਾਂਡ ਦੇ ਨਾਲ ਕੌਣ ਕਿੰਨਾ ਉਹਦੇ ਨੇੜੇ ਲੱਗਦਾ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਨੂੰ ਲੈ ਕੇ ਲਗਾਤਾਰ ਟਵੀਟ ਤੇ ਟਵੀਟ ਕਿ ਉਹਨਾਂ ਨੂੰ ਉਹ ਸ਼ੋਅ ਕਰਨਾ ਕਿ ਤੁਸੀਂ ਸਾਡੇ ਸੁਪਰ ਹੋ। ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ ਟਵੀਟ ਕਰਨਾ, ਤੇ ਜਦ ਕਿ ਪੰਜਾਬ ਦੇ ਵਿੱਚ ਜੋ ਕੁਝ ਬੀਤ ਰਿਹਾ ਉਹਨਾਂ ਮੁੱਦਿਆਂ ਨੂੰ ਲੈ ਕੇ ਹੁਣ ਨਹੀਂ ਕੋਈ 5-5 ਨੁਕਾਤੀ ਵਿੱਚੋਂ ਇੱਕ ਨੁਕਾਤੀ ਵਿੱਚੋਂ ਕੱਢ ਕੇ ਟਵੀਟ ਹੁੰਦਾ, ਸਿਰਫ ਤੇ ਸਿਰਫ ਵਫਾਦਾਰੀ ਦੀ ਸਿਆਸਤ ਤੱਕ ਸੀਮਤ ਹੋ ਕੇ ਰਹਿ ਗਏ। ਜਾਂ ਫਿਰ ਇਦਾਂ ਕਹਿ ਲਈਏ ਕਿ ਪੰਜਾਬ ਦਾ ਸਾਰਾ ਸਰਮਾਇਆ ਜਿਹੜਾ ਉਹ ਦਿੱਲੀ ਹਾਈ ਕਮਾਂਡ ਦੇ ਪੈਰਾਂ ਵਿੱਚ ਝੋਕ ਦਿੱਤਾ ਗਿਆ ਕਿ ਤੁਸੀਂ ਜਿੱਧਰ ਨੂੰ ਲਿਜਾਣਾ ਉਧਰ ਨੂੰ ਲੈ ਜਾਓ, ਤੁਹਾਨੂੰ ਜਿਹੜਾ ਡੀਜੀਪੀ ਚੰਗਾ ਲੱਗਦਾ, ਜਿਹੜਾ ਏਜੀ ਚੰਗਾ ਲੱਗਦਾ, ਜਿਹੜਾ ਅਫਸਰ ਚੰਗਾ ਲੱਗਦਾ, ਜਿਹੜਾ ਮੰਤਰੀ ਸੰਤਰੀ ਚੰਗਾ ਲੱਗਦਾ, ਜਿਹਨੂੰ ਮੁੱਖ ਮੰਤਰੀ ਲਾਉਣਾ ਲਾ ਦਿਓ। ਬਸ ਜਿਵੇਂ ਹਰੀਸ਼ ਰਾਵਤ ਕਹਿੰਦੇ ਸੀ ਕਿ ਸਿੱਧੂ ਨੂੰ ਕਾਂਗਰਸ ਦੇ ਵਿੱਚ ਫਿੱਟ ਹੋਣ ਤੇ, ਜਾਂ ਕਹਿ ਲਓ ਕਿ ਕਾਂਗਰਸ ਦੀ ਸਿਆਸਤ ਨੂੰ ਸਮਝਣ ਤੇ ਸਮਾਂ ਲੱਗੇਗਾ, ਜਾਂ ਇਹ ਸਮਝ ਲਿਆ ਜਾਵੇ ਕਿ ਨਵਜੋਤ ਸਿੱਧੂ ਹੁਣ ਕਾਂਗਰਸ ਦੇ ਸਾਂਚੇ ਵਿੱਚ ਢਲ ਰਹੇ ਨੇ। ਕੈਪਟਨ ਸਾਹਿਬ ਤੇ ਨਵਜੋਤ ਸਿੱਧੂ ਜਾਂ ਫਿਰ ਬਾਕੀ ਉਹਨਾਂ ਵਿੱਚ ਫਿਰ ਕੀ ਫਰਕ ਰਹਿ ਗਿਆ ਜਦੋਂ ਇਹ ਮੁੱਦਿਆਂ ਦੀ ਸਿਆਸਤ ਦੀ ਗੱਲ ਕਰਦੇ ਸੀ? ਸੁਖਵਿੰਦਰ ਜੀ, ਕਾਂਗਰਸ ਦੀ ਦਿੱਕਤ ਇਸ ਵੇਲੇ ਇਹੀ ਨਜ਼ਰ ਆ ਰਹੀ ਹੈ ਕਿਉਂਕਿ ਇਹਨਾਂ ਦੀ ਜਿਹੜੀ ਲੀਡਰਸ਼ਿਪ ਹੈ, ਖਾਸ ਤੌਰ ਤੇ ਅਸੀਂ ਜਦੋਂ ਹਾਈ ਕਮਾਂਡ ਦੀ ਲੀਡਰਸ਼ਿਪ ਦੇਖਦੇ ਹਾਂ ਜਾਂ ਦਿੱਲੀ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੀ ਗੱਲ ਕਰਦੇ ਹਾਂ, ਇਹਨਾਂ ਦੀ ਦਿੱਕਤ ਇਹੀ ਹੈ ਕਿ ਇੱਕ ਪਰਿਵਾਰ ਦੇ ਵਿੱਚ ਹੀ ਸਾਰੀ ਗੇਮ ਘੁੰਮ ਰਹੀ ਹੈ। ਖਾਸ ਤੌਰ ਤੇ ਜਿਹੜਾ ਨਹਿਰੂ ਪਰਿਵਾਰ ਹੈ, ਨਹਿਰੂ ਤੋਂ ਬਾਅਦ ਤੁਸੀਂ ਦੇਖੋਗੇ ਇੰਦਰਾ ਗਾਂਧੀ ਜੀ ਆਏ, ਇੰਦਰਾ ਗਾਂਧੀ ਜੀ ਤੋਂ ਬਾਅਦ ਰਾਜੀਵ ਗਾਂਧੀ ਜੀ ਆਏ, ਰਾਜੀਵ ਗਾਂਧੀ ਜੀ ਤੋਂ ਬਾਅਦ ਸੋਨੀਆ ਗਾਂਧੀ ਜੀ ਆਏ, ਸੋਨੀਆ ਗਾਂਧੀ ਜੀ ਹੁਣ ਰਾਹੁਲ ਜੀ ਨੂੰ, ਪ੍ਰਿਯੰਕਾ ਗਾਂਧੀ ਜੀ ਨੂੰ ਅੱਗੇ ਕਰਨਾ ਚਾਹੁੰਦੇ ਨੇ। ਯਾਨੀ ਕਿ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਜਿਹੜੀ ਹੈਗੀ ਹੈ ਸਿਆਸਤ ਚੱਲ ਰਹੀ ਹੈ ਔਰ ਇਹਨਾਂ ਲੋਕਾਂ ਦੇ ਦੁਆਲੇ ਇੱਕ ਪਰਿਵਾਰ ਦੇ ਦੁਆਲੇ ਹੀ ਸਾਰੀ ਸਿਆਸਤ ਹੁਣ ਤੱਕ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ, ਸਗੋਂ ਉਸ ਤੋਂ ਪਹਿਲਾਂ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਆਜ਼ਾਦੀ ਤੋਂ ਪਹਿਲਾਂ ਵੀ ਜਿਹੜੀ ਹੈਗੀ ਹੈ ਇਹੀ ਘਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀਗੇ ਕਿ ਨਹਿਰੂ ਪਰਿਵਾਰ ਹੀ ਕਾਂਗਰਸ ਜਿਹੜਾ ਹੈਗਾ ਉਹਦਾ ਵਾਲੀ ਵਾਰਸ ਹੈ। ਸੋ ਇਸ ਕਰਕੇ ਜਿਹੜੀ ਗੱਲ ਰਾਵਤ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ, ਇਹਦਾ ਮਤਲਬ ਉਹਨਾਂ ਨੂੰ ਇਹ ਕੀ ਨਹੀਂ ਸਮਝ ਆ ਰਿਹਾ, ਉਹਨਾਂ ਨੂੰ ਪਰਿਵਾਰਵਾਦ ਦੀ ਜਿਹੜੀ ਹੈਗੀ ਹੈ ਸਿਆਸਤ ਸਮਝ ਨਹੀਂ ਆ ਰਹੀ। ਸੋ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਹੁਣ ਉਹ ਪਰਿਵਾਰਵਾਦ ਦੇ ਸਾਂਚੇ 'ਚ ਢਲ ਚੁੱਕੇ ਨੇ, ਕਿਉਂਕਿ ਹੁਣ ਉਹ ਰਾਹੁਲ ਔਰ ਪ੍ਰਿਯੰਕਾ ਜੀ ਨੂੰ ਆਪਣਾ ਜਿਹੜਾ ਆਕਾ ਮੰਨ ਚੁੱਕੇ ਨੇ, ਸੋ ਉਦਾਂ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਉਹ ਲੀਹ ਤੇ ਆ ਗਏ। ਸੋ ਕਹਿਣ ਦਾ ਮਤਲਬ ਹੈ ਕਿ ਕਿੱਥੇ ਤਾਂ ਲੜਾਈ ਸਿਆਸਤ ਇਹ ਹੋਣੀ ਚਾਹੀਦੀ ਸੀ ਕਿ ਅਸੀਂ ਮੁੱਦਿਆਂ ਦੇ ਆਧਾਰ ਤੇ ਲੜਾਈ ਲੜਨੀ ਹੈ, ਅਸੀਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨੂੰ ਹੱਲ ਕਰਨ ਦੀ ਲੜਾਈ ਲੜਨੀ ਹੈ, ਪੰਜਾਬ ਨਾਲ ਕੀਤੇ ਹੋਏ ਵੱਡੇ ਵੱਡੇ ਵਾਅਦਿਆਂ ਦੀ ਲੜਾਈ ਲੜਨੀ ਹੈ। ਪਰ ਹੋ ਕੀ ਰਿਹਾ, ਹੋ ਸਿਰਫ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਣੇ ਆਕਾ ਨੂੰ, ਇੱਕ ਪਰਿਵਾਰ ਨੂੰ ਖੁਸ਼ ਕਰਨ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਹੋ ਰਹੀ ਹੈ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਲਖੀਮਪੁਰ ਜਾਣਾ ਨਹੀਂ ਚਾਹੀਦਾ, ਜਾਣਾ ਚਾਹੀਦਾ ਔਰ ਆਪਣੇ, ਕਿਉਂਕਿ ਯੂਪੀ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਯੂਪੀ ਦੇ ਵਿੱਚ ਇੱਕ ਵੱਡਾ ਸੰਕਟ ਕਿਸਾਨਾਂ ਦੇ ਉੱਤੇ ਆਇਆ ਹੋਇਆ
ਔਰ ਯੂਪੀ ਦੇ ਵਿੱਚ ਬੀਜੇਪੀ ਨੂੰ ਖਤਮ ਕਰਨ ਦੇ ਲਈ ਕਾਂਗਰਸ ਨੂੰ ਜਾਂ ਸਮਾਜਵਾਦੀ ਪਾਰਟੀ ਨੂੰ ਜਾਂ ਮਾਇਆਵਤੀ ਦੀ ਪਾਰਟੀ ਨੂੰ ਜਾਂ ਕੋਈ ਹੋਰ ਆਮ ਆਦਮੀ ਪਾਰਟੀ ਨੂੰ, ਜਿਹੜੀਆਂ ਵੀ ਉੱਥੇ ਪਾਰਟੀਆਂ ਕੰਮ ਕਰਦੀਆਂ ਨੇ, ਉਹਨਾਂ ਨੂੰ ਇਕੱਠੇ ਹੋ ਕੇ ਬੀਜੇਪੀ ਦੇ ਖਿਲਾਫ ਲੜਨਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈ। ਪਰ ਉਹਦੇ ਵਿੱਚ ਪੰਜਾਬ ਜਿਹੜਾ ਹੈਗਾ, ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਤਿਲਾਂਜਲੀ ਦੇ ਕੇ ਤੁਸੀਂ ਉਹਨਾਂ ਦੇ ਸਿਰਫ ਤੇ ਸਿਰਫ ਆਪਣੇ ਆਕਾ ਨੂੰ ਖੁਸ਼ ਕਰਨ ਦੇ ਲਈ, ਆਪਣੀ ਹਾਈ ਕਮਾਂਡ ਨੂੰ ਖੁਸ਼ ਕਰਨ ਦੇ ਲਈ, ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀਗਾ ਕਿ ਆਪਣੀ ਜਿਹੜੀ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਕਿਤੇ ਨਾ ਕਿਤੇ ਪਿੱਛੇ ਚਲੇ ਜਾਣਗੇ ਔਰ ਉਹਦਾ ਨੁਕਸਾਨ ਪੰਜਾਬ ਨੂੰ ਹੋਏਗਾ। ਔਰ ਜੇਕਰ ਉਹ ਪੰਜਾਬ ਨੂੰ ਨੁਕਸਾਨ ਹੁੰਦਾ ਹੈ ਤਾਂ ਉਹਦੇ ਵਿੱਚ ਲੀਡਰਸ਼ਿਪ ਜਿਹੜੀ ਅਗਲੀ ਉੱਭਰਨੀ ਚਾਹੀਦੀ ਹੈ, ਉਹ ਮੈਨੂੰ ਲੱਗਦਾ ਹੈ ਕਿ 22 ਦੀਆਂ ਚੋਣਾਂ ਦੇ ਵਿੱਚ, ਕਿਉਂਕਿ ਇਸ ਵੇਲੇ ਜਿਹੜੀ ਗੱਲ ਪੰਜਾਬ ਬਾਰੇ ਸਮਝਣੀ ਚਾਹੀਦੀ ਹੈ ਉਹ ਇਹ ਹੈ ਕਿ ਪੰਜਾਬ ਇਸ ਵੇਲੇ ਇੱਕ ਸਭ ਤੋਂ, ਮੈਨੂੰ ਲੱਗਦਾ ਹੈ ਕਿ ਭਾਰਤ ਦਾ ਸਭ ਤੋਂ ਚੇਤਨ ਸੂਬਾ ਹੈ। ਤੁਸੀਂ ਵੀ ਗੱਲ ਕੀਤੀ ਸੀ ਕਿ ਉਹ ਸਾਰੇ ਲੀਡਰਾਂ ਨੂੰ ਘੇਰ ਰਹੇ ਨੇ, ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਵੀ ਸ਼ਾਮਲ ਨੇ, ਉਹਦੇ ਵਿੱਚ ਬੀਜੇਪੀ ਦੇ ਲੀਡਰ ਵੀ ਸ਼ਾਮਲ ਨੇ, ਉਹਦੇ ਵਿੱਚ ਕਾਂਗਰਸ ਦੇ ਲੀਡਰ ਵੀ ਸ਼ਾਮਲ ਨੇ, ਉਹਦੇ ਵਿੱਚ ਹੋਰ ਪਾਰਟੀਆਂ ਦੇ ਲੀਡਰ ਵੀ ਸ਼ਾਮਲ ਨੇ। ਉਹ ਵੱਡੇ ਵੱਡੇ ਸਵਾਲ ਜਿਹੜੇ ਅੱਜ ਪੁੱਛੇ ਜਾ ਰਹੇ ਨੇ ਘੇਰ ਘੇਰ ਕੇ ਕਿਸਾਨਾਂ ਦੇ ਰਾਹੀਂ, ਮਜ਼ਦੂਰਾਂ ਦੇ ਰਾਹੀਂ, ਸੋ ਉਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਸ ਵੇਲੇ ਪੰਜਾਬ ਦੇ ਲੋਕ ਜਿਹੜੇ ਨੇ ਇਹਨਾਂ ਲੀਡਰਾਂ ਨੂੰ ਘਾ ਨਹੀਂ ਪਾ ਰਹੇ, ਇਹਨਾਂ ਲੀਡਰਾਂ ਨੂੰ ਨੇੜੇ ਨਹੀਂ ਲਾ ਰਹੇ, ਇਹਨਾਂ ਤੋਂ ਸਵਾਲ ਪੁੱਛ ਰਹੇ ਨੇ। ਸੋ 22 ਦੀਆਂ ਚੋਣਾਂ ਉਹ ਪੁਰਾਣੀਆਂ 17 ਵਾਲੀਆਂ ਚੋਣਾਂ ਨਹੀਂ ਹੋਣਗੀਆਂ ਜਾਂ 19 ਵਾਲੀਆਂ ਚੋਣਾਂ ਨਹੀਂ ਹੋਣਗੀਆਂ, ਬਿਲਕੁਲ ਵੱਖਰੀ ਤਰ੍ਹਾਂ ਦੀਆਂ ਚੋਣਾਂ ਹੋਣਗੀਆਂ। ਔਰ ਇਹਨਾਂ ਚੋਣਾਂ ਦੇ ਵਿੱਚ ਉਹੀ ਲੀਡਰ, ਉਹੀ ਲੋਕ ਅੱਗੇ ਆਉਣਗੇ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਲੋਕਾਂ ਦੀਆਂ ਮੰਗਾਂ ਦੇ ਉੱਤੇ ਕੰਮ ਕਰਦੇ ਰਹੇ ਆ, ਲੋਕਾਂ ਦੇ ਵਿੱਚ ਵਿਚਰਦੇ ਰਹੇ ਆ, ਲੋਕਾਂ ਦੇ ਨਾਲ ਕੀਤੇ ਹੋਏ ਵਾਅਦਿਆਂ ਬਾਰੇ ਕੋਈ ਗੱਲ ਕਰਦੇ ਰਹੇ ਆ। ਜੇਕਰ ਆਪਾਂ ਕਹੀਏ ਕਿ ਘਰਾਂ 'ਚ ਬੈਠ ਕੇ ਜਾਂ ਏਸੀ ਕਮਰਿਆਂ 'ਚ ਬੈਠ ਕੇ ਉਹ ਦੁਬਾਰਾ ਫੇਰ ਵੋਟਾਂ ਮੰਗਣ ਲਈ ਆ ਜਾਣਗੇ ਲੀਡਰ, ਇਦਾਂ ਦੀਆਂ ਕੋਈ ਸੰਭਾਵਨਾਵਾਂ ਇਸ ਵੇਲੇ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਉਂਦੀਆਂ। ਸੋ ਇਸ ਕਰਕੇ ਸਿੱਧੂ ਸਾਹਿਬ ਹੋਣ, ਚਾਹੇ ਚੰਨੀ ਸਾਹਿਬ ਹੋਣ, ਚਾਹੇ ਕੋਈ ਹੋਰ ਲੀਡਰ ਹੋਣ, ਕਿਸੇ ਵੀ ਪਾਰਟੀ ਦੇ ਹੋਣ, ਇਸ ਵੇਲੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਬਿਲਕੁਲ ਤਿਆਰ ਨੇ। ਇਹਨਾਂ ਲੋਕਾਂ ਨੂੰ ਹਾਰ ਜ਼ਰੂਰ ਹੋਏਗੀ ਔਰ ਜੇਕਰ ਇਹ ਜਿੱਤਣਾ ਚਾਹੁੰਦੇ ਨੇ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਮਸਲੇ ਇਹਨਾਂ ਨੂੰ ਹੱਲ ਕਰਨੇ ਪੈਣਗੇ, ਚੰਨੀ ਸਾਹਿਬ ਨੂੰ ਹੱਲ ਕਰਨੇ ਪੈਣਗੇ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ, ਕਿਉਂਕਿ ਇਸ ਵੇਲੇ ਜ਼ਿੰਮੇਵਾਰੀ ਹੈ ਉਹਨਾਂ ਦੀ, ਪ੍ਰਧਾਨਗੀ ਦੀ ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਜਿਹੜਾ ਹੈਗਾ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾ ਕੇ, ਜਿਵੇਂ ਉਹ ਪਹਿਲਾਂ ਕੈਪਟਨ ਸਾਹਿਬ ਦੇ ਉੱਤੇ ਪ੍ਰੈਸ਼ਰ ਬਣਾ ਕੇ ਰੱਖਦੇ ਸੀਗੇ ਕੰਮਾਂ ਦਾ, 18 ਨੁਕਾਤੀ ਪ੍ਰੋਗਰਾਮਾਂ ਦਾ, ਜਾਂ ਹੋਰ ਕੋਈ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਕੈਪਟਨ ਸਾਹਿਬ ਆਏ ਸੀਗੇ, ਉਹਨਾਂ ਦੇ ਉੱਤੇ ਪ੍ਰੈਸ਼ਰ ਜੋ ਬਣਾਇਆ ਗਿਆ ਸੀਗਾ ਉਸ ਵੇਲੇ, ਉਸੇ ਤਰ੍ਹਾਂ ਦਾ ਪ੍ਰੈਸ਼ਰ ਇਹਨਾਂ ਨੂੰ ਇਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਚੰਨੀ ਸਾਹਿਬ ਦੇ ਉੱਤੇ ਬਣਾਉਣਾ ਪਏਗਾ। ਨਹੀਂ ਤਾਂ ਇਹ ਬਾਜ਼ੀ ਜਿਹੜੀ ਹੈਗੀ ਹੈ ਹੋਰ ਕੋਈ ਲੈ ਸਕਦਾ ਹੈ। ਸੋ ਇਸ ਕਰਕੇ ਆਪਣੀ ਉਸ ਬਾਜ਼ੀ ਨੂੰ ਬਚਾਉਣ ਦੇ ਲਈ, ਆਪਣੀ ਅਗਲੀ ਪਾਰੀ ਖੇਡਣ ਦੇ ਲਈ ਉਹਨਾਂ ਨੂੰ ਜ਼ਰੂਰ ਪੰਜਾਬ ਦੇ ਲੋਕਾਂ ਦੇ ਵਿੱਚ ਜਾਣਾ ਪਏਗਾ ਔਰ ਉਹਨਾਂ ਦੇ ਮਸਲੇ ਹੱਲ ਕਰਨੇ ਪੈਣਗੇ। ਸੁਖਵਿੰਦਰ ਜੀ ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਨਾਲੋਂ ਨਾਲ ਗੱਲ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਵਿੱਚ ਡੇਰਾ ਲਾ ਕੇ ਬੈਠੇ ਹੋਏ ਨੇ। ਕੁਝ ਵੀ ਕਿਸੇ ਵੀ ਸਮੇਂ ਕੋਈ ਨਵੀਂ ਪਾਰਟੀ ਦਾ ਆਗਾਜ਼, ਜਾਂ ਕਿਉਂਕਿ ਹਾਲਾਤ ਫਿਲਹਾਲ ਦੀ ਘੜੀ ਉਹ ਨਹੀਂ ਕਿ ਕੈਪਟਨ ਸਾਹਿਬ ਕੋਈ ਨਵਾਂ ਐਲਾਨ ਕਰਨ, ਪਰ ਫਿਰ ਵੀ ਦਿੱਲੀੋਂ ਆਉਂਦਿਆਂ ਜਾਂ ਦਿੱਲੀ ਦੇ ਵਿੱਚ ਉੱਥੇ ਬੈਠ ਕੇ ਕੀ ਸਲਾਹਾਂ ਹੋ ਰਹੀਆਂ ਨੇ ਉਹਦੇ ਉੱਤੇ ਕਾਂਗਰਸ ਹਾਈ ਕਮਾਂਡ ਦੀ ਵੀ ਨਜ਼ਰ ਹੋਏਗੀ, ਸਿੱਧੂ ਸਾਹਿਬ ਦੀ ਵੀ ਨਜ਼ਰ ਹੋਏਗੀ। ਪਰ ਇੱਥੇ ਪੰਜਾਬ ਦੇ ਲੋਕ ਲਗਾਤਾਰ ਇਹੀ ਸਵਾਲ ਪੁੱਛਦੇ ਨੇ ਕਿ ਸਿੱਧੂ ਸਾਹਿਬ ਹੁਣ ਤਾਂ ਪ੍ਰਧਾਨਗੀ ਆਏ ਨੂੰ ਕਈ ਮਹੀਨੇ ਹੋ ਗਏ, ਤੁਹਾਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਫਿਰ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੇ ਹੋ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣ ਚੁੱਕੇ ਨੇ। ਤੁਸੀਂ ਜੋ ਚਾਹੁੰਦੇ ਸੀ, ਭਾਵ ਕਿ ਜਿੰਨਾ ਕੁ ਚਾਹੁੰਦੇ ਸੀ ਉਹਨਾਂ ਕੁ ਹੋਇਆ, ਉਸ ਤੋਂ ਘੱਟ ਵੱਧ ਹੋਇਆ, ਇਹ ਤਾਂ ਕਾਂਗਰਸ ਹਾਈ ਕਮਾਂਡ ਦੇ ਹੱਥ ਵਿੱਚ ਰਿਹਾ। ਪਰ ਫਿਰ ਵੀ ਅੱਜ ਤੁਹਾਡੇ ਤੋਂ ਫਿਰ ਮੁੱਦਿਆਂ ਦੀ ਆਸ ਲੋਕ ਲਗਾਤਾਰ ਕਰ ਰਹੇ ਨੇ ਕਿ ਬਦਲਿਆ ਕੁਝ ਨਹੀਂ, ਸਿਰਫ ਚਿਹਰਾ ਬਦਲਿਆ, ਕੁਰਸੀ ਉਹੀ, ਸਰਕਾਰ ਉਹੀ, ਸਭ ਕੁਝ ਉਹੀ, ਮਾਫੀਆ ਉਹੀ, ਬਦਲਿਆ ਕੁਝ ਨਹੀਂ। ਤੁਸੀਂ ਕਹਿੰਦੇ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੋ ਜਾਣਾ, 2 ਕੈਬਨਿਟ ਮੀਟਿੰਗਾਂ ਹੋ ਗਈਆਂ, ਉਸ ਤੋਂ ਬਾਅਦ ਫਿਰ ਲਗਾਤਾਰ ਮੰਤਰੀਆਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ, ਪਰ ਬਦਲਿਆ ਕੁਝ ਵੀ ਨਜ਼ਰ ਨਹੀਂ ਆ ਰਿਹਾ, ਸਭ ਕੁਝ ਉਹੀ ਹੈ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।